ਪੰਜਾਬ 'ਚ ਫਤਿਹ ਕਿਟਸ ਦੇ ਨਾਂ ਤੇ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਹੋਈ, ਜਿਸ ਦੌਰਾਨ ਫਤਿਹ ਕਿਟਸ ਲਈ ਬੋਲੀਕਾਰ ਨੂੰ ਵੱਧ ਪੈਸੇ ਦਿੱਤੇ ਗਏ। ਇਹ ਰਿਪੋਰਟ ਦੇਖੋ। ਕੈਪਟਨ ਸਰਕਾਰ ਦਾ ਇੱਕ ਹੋਰ ਨਵਾਂ ਕਾਰਨਾਮਾ ਸਾਹਮਣੇ ਆਇਆ। ਇੱਕ ਹੋਰ ਨਵਾਂ ਸਕੈਮ ਫਤਿਹ ਕਿਟਸ ਦੇ ਵਿੱਚ ਕਰੋੜਾਂ ਦੀ ਘਪਲੇਬਾਜ਼ੀ। ਕੋਰੋਨਾ ਕਾਲ ਦੇ ਵਿੱਚ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੇ ਲਗਾਤਾਰ ਸਵਾਲ ਉੱਠਦੇ ਰਹੇ, ਵਿਰੋਧੀ ਨਿਸ਼ਾਨੇ ਸਾਧਦੇ ਰਹੇ। ਲਗਾਤਾਰ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਰਹੀਆਂ, ਹਸਪਤਾਲਾਂ ਦੇ ਵਿੱਚ ਬਦ ਇੰਤਜ਼ਾਮੀ ਦੀਆਂ, ਮਰੀਜ਼ਾਂ ਦੇ ਖੱਜਲ ਖੁਆਰ ਹੋਣ ਦੀਆਂ, ਇੱਥੋਂ ਤੱਕ ਕਿ ਕਈ ਸਕੈਮ ਵੀ ਨਿਕਲ ਕੇ ਸਾਹਮਣੇ ਆਏ। ਤੇ ਹੁਣ ਕਾਂਗਰਸ ਸਰਕਾਰ ਦਾ ਇੱਕ ਹੋਰ ਨਵਾਂ ਸਕੈਮ ਨਿਕਲ ਕੇ ਸਾਹਮਣੇ ਆਇਆ, ਜਿਸ ਦਾ ਖੁਲਾਸਾ ਪੀਟੀਸੀ ਨਿਊਜ਼ ਤੇ ਕਰਨ ਜਾ ਰਹੇ ਹਾਂ, ਉਹ ਵੀ ਪੂਰੇ ਦਸਤਾਵੇਜ਼ਾਂ ਦੇ ਨਾਲ। ਇਹ ਸਕੈਮ ਜੁੜਿਆ ਫਤਿਹ ਕਿਟਸ ਦੇ ਨਾਲ। ਸਭ ਤੋਂ ਪਹਿਲਾਂ ਤੁਸੀਂ ਨਜ਼ਰ ਇਸ ਤਸਵੀਰ ਤੇ ਮਾਰੋ। ਕੋਵਿਡ ਕੇਅਰ ਕਿਟਸ ਯਾਨੀ ਕਿ ਫਤਿਹ ਕਿਟਸ ਲਈ ਟੈਂਡਰ ਕੱਢਿਆ ਜਾਂਦਾ ਹੈ। ਇਸ ਡਾਕੂਮੈਂਟ ਦੇ ਵਿੱਚ ਸਭ ਤੋਂ ਉੱਪਰ ਨਾਮ ਲਿਖਿਆ ਹੈ ਸੰਗਮ ਮੈਡੀਕਲ ਸਟੋਰ ਦਾ, ਜੋ ਸਰਕਾਰ ਨੂੰ ਸਭ ਤੋਂ ਘੱਟ ਰੇਟ ਤੇ ਕੋਵਿਡ ਕੇਅਰ ਕਿਟ ਯਾਨੀ ਕਿ ਫਤਿਹ ਕਿਟ ਦੇਣ ਲਈ ਬਿਡ ਕਰਦੀ ਹੈ। ਸੰਗਮ ਮੈਡੀਕਲ ਸਟੋਰ ਬਿਨਾਂ ਟੈਕਸ ਦੇ 745 ਰੁਪਏ ਤੇ ਟੈਕਸ ਮਿਲਾ ਕੇ 837 ਰੁਪਏ 76 ਪੈਸੇ ਦੇ ਵਿੱਚ ਸਰਕਾਰ ਨੂੰ ਫਤਿਹ ਕਿਟ ਦੇਣ ਦੀ ਗੱਲ ਕਹਿੰਦੀ ਹੈ। 3 ਅਪ੍ਰੈਲ ਨੂੰ ਸਰਕਾਰ ਸੰਗਮ ਮੈਡੀਕਲ ਸਟੋਰ ਨੂੰ ਟੈਂਡਰ ਦਿੰਦੀ ਹੈ, ਪਰ ਬਿਡ ਦੀ ਕੀਤੀ ਕੀਮਤ ਨਹੀਂ, ਉਸ ਤੋਂ ਵੱਧ ਕੀਮਤ ਤੇ। ਇਹ ਕੀਮਤ ਵੱਧ ਕੇ 840 ਰੁਪਏ ਹੋ ਜਾਂਦੀ ਹੈ ਤੇ ਟੈਕਸ ਦੇ ਨਾਲ 940 ਰੁਪਏ, ਯਾਨੀ ਕਿ 100 ਰੁਪਏ ਤੈਅ ਕੀਤੀ ਗਈ ਕੀਮਤ ਤੋਂ ਵੱਧ ਅਦਾ ਕੀਤੇ ਜਾਂਦੇ ਨੇ। ਇਸ ਵਧੀ ਹੋਈ ਕੀਮਤ ਤੇ 16,668 ਕਿੱਟਾਂ ਦਾ ਆਰਡਰ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਕਿ ਸਰਕਾਰ ਅਗਲੇ 6 ਮਹੀਨਿਆਂ ਲਈ ਜਿੰਨੀਆਂ ਮਰਜ਼ੀ ਕਿੱਟਾਂ ਇਸ ਕੰਪਨੀ ਤੋਂ ਇਸੇ ਕੀਮਤ ਉੱਤੇ ਇਸ ਕੰਪਨੀ ਤੋਂ ਲੈ ਸਕਦੀ ਸੀ, ਪਰ ਅਜਿਹਾ ਨਹੀਂ ਕੀਤਾ ਜਾਂਦਾ। ਜੀ ਹਾਂ, ਮਹਿਜ਼ 17 ਦਿਨ ਬਾਅਦ 20 ਅਪ੍ਰੈਲ ਦੇ ਦਿਨ ਸਰਕਾਰ ਮੁੜ ਤੋਂ ਟੈਂਡਰ ਕੱਢਦੀ ਹੈ ਅਤੇ ਇਸ ਵਾਰ ਟੈਂਡਰ ਗ੍ਰੈਂਡਵੇ ਇਨਕੋਰਪੋਰੇਸ਼ਨ ਨੂੰ ਦਿੱਤਾ ਜਾਂਦਾ ਹੈ ਅਤੇ ਇਸ ਟੈਂਡਰ ਦੇ ਵਿੱਚ ਇੱਕ ਫਤਿਹ ਕਿਟ ਦੀ ਕੀਮਤ ਬਿਨਾਂ ਟੈਕਸ 1095 ਰੁਪਏ ਅਤੇ ਟੈਕਸ ਮਿਲਾ ਕੇ 1226.40 ਪੈਸੇ ਹੋ ਜਾਂਦੀ ਹੈ। ਯਾਨੀ ਕਿ ਇਸ ਵਾਰ ਕਿਟ ਦੀ ਕੀਮਤ ਪਹਿਲਾਂ ਨਾਲੋਂ ਕਿਤੇ ਵੱਧ ਹੋ ਜਾਂਦੀ ਹੈ, ਜਦਕਿ ਕਿਟ ਦੇ ਅੰਦਰ ਸਮਾਨ ਉਹੀ ਰਹਿੰਦਾ ਹੈ ਜੋ 940 ਰੁਪਏ ਵਾਲੀ ਕਿਟ ਦੇ ਵਿੱਚ ਸੀ। 7 ਮਈ ਨੂੰ ਇੱਕ ਵਾਰ ਫਿਰ ਤੋਂ ਗ੍ਰੈਂਡਵੇ ਇਨਕੋਰਪੋਰੇਸ਼ਨ ਨੂੰ ਪੰਜਾਬ ਸਰਕਾਰ ਵੱਲੋਂ ਟੈਂਡਰ ਦਿੱਤਾ ਜਾਂਦਾ ਹੈ ਅਤੇ ਇਸ ਵਾਰ ਫਿਰ ਇੱਕ ਫਤਿਹ ਕਿਟ ਦੀ ਕੀਮਤ ਬਿਨਾਂ ਟੈਕਸ ਤੇ 1195 ਅਤੇ ਟੈਕਸ ਮਿਲਾ ਕੇ 1338 ਰੁਪਏ ਤੱਕ ਪਹੁੰਚ ਜਾਂਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਿਵੇਂ ਮਹਿਜ਼ 50 ਦਿਨਾਂ ਦੇ ਵਿੱਚ 4 ਵਾਰ ਟੈਂਡਰ ਫਲੋਟ ਕੀਤੇ ਜਾਂਦੇ ਨੇ ਅਤੇ ਹਰ ਵਾਰ ਫਤਿਹ ਕਿਟਸ ਦੀ ਕੀਮਤ ਵੱਧ ਜਾਂਦੀ ਹੈ, ਜਦਕਿ ਪਹਿਲੇ ਟੈਂਡਰ ਦੇ ਮੁਤਾਬਕ ਹੀ ਸਰਕਾਰ ਉਸੇ ਕੰਪਨੀ ਤੋਂ ਉਸੇ ਰੇਟ ਤੇ ਜਿੰਨੀਆਂ ਮਰਜ਼ੀ ਚਾਹੇ ਕਿਟਸ ਲੈ ਸਕਦੀ ਸੀ। 1 ਅਪ੍ਰੈਲ 2021 ਨੂੰ ਪਹਿਲਾ ਟੈਂਡਰ ਖੁੱਲਦਾ ਹੈ। ਉਹਦੇ ਵਿੱਚ ਲੋਐਸਟ ਟੈਂਡਰ ਜਿਹੜਾ ਹੈਗਾ ਉਹ 838 ਰੁਪਏ ਦਾ ਜਿਹੜਾ ਕੋਟ ਕਰਦਾ ਹੈ, ਜਿਹੜਾ L1 ਹੈਗਾ। ਉਸੇ ਬੰਦੇ ਨੂੰ 3 ਦਿਨ ਬਾਅਦ ਹੀ, ਮਤਲਬ ਉਸੇ ਟੈਂਡਰ ਦੇ ਵਿੱਚ ਉਹਨੂੰ ਟੈਂਡਰ 940 ਰੁਪਏ ਦਾ ਦਿੱਤਾ ਜਾਂਦਾ ਹੈ। ਜਿਸ ਬੰਦੇ ਨੇ 838 ਰੁਪਏ 'ਚ ਦੇਣ ਨੂੰ ਮੰਨਿਆ ਹੈ, ਉਹਨੂੰ ਕਿਉਂ 940 ਰੁਪਏ ਦਿੱਤਾ, ਇਹਦਾ ਕੋਈ ਜਵਾਬ ਨਹੀਂ ਹੈਗਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਟੈਂਡਰ ਫਿਰ ਵੀ 180 ਦਿਨ ਲਈ ਵੈਲਿਡ ਸੀਗਾ, ਜਿਹਦਾ ਮਤਲਬ ਇਹ ਹੈ, ਜਿਹਦੇ ਵਿੱਚ ਟੈਂਡਰ 'ਚ ਬੜਾ ਕਲੀਅਰਲੀ ਲਿਖਿਆ ਹੋਇਆ ਹੈ ਕਿ ਸਰਕਾਰ ਅਗਲੇ 180 ਦਿਨ ਵਿੱਚ ਇਸੇ ਪ੍ਰਾਈਸ ਤੇ ਕਿੰਨੀ ਵੀ ਕੁਆਂਟੀਟੀ ਆਰਡਰ ਕਰ ਸਕਦੀ ਹੈ। 1 ਲੱਖ 2 ਲੱਖ 10 ਲੱਖ ਜਿੰਨੀ ਕੁਆਂਟੀਟੀ ਚਾਹੀਦੀ ਹੈ ਉਹ 838 ਰੁਪਏ 'ਚ ਉਹ ਪ੍ਰੋਵਾਈਡ ਕਰੇਗੀ। ਪਰ ਪਹਿਲਾ ਹੀ ਟੈਂਡਰ ਉਹਨੂੰ 940 ਦਾ ਦਿੱਤਾ ਜਾਂਦਾ ਹੈ। ਮਹਿਜ਼ 15-17 ਦਿਨ ਬਾਅਦ ਦੁਬਾਰਾ ਫਰੈਸ਼ ਟੈਂਡਰ ਫਲੋਟ ਕਰਤਾ ਜਾਂਦਾ ਹੈ। ਉਸ ਟੈਂਡਰ ਦੇ ਵਿੱਚ ਟੈਂਡਰ ਪਰਚੇਜ਼ ਆਰਡਰ ਦਿੱਤਾ ਜਾਂਦਾ 1228 ਰੁਪਏ ਦਾ ਤਕਰੀਬਨ। ਉਹੀ ਚੀਜ਼ਾਂ ਨਾਲ ਉਸੇ ਸੇਮ ਚੀਜ਼ ਸੇਮ ਕਿਟ ਨੂੰ ਡਿਫਰੈਂਟ ਬੰਦੇ ਨੂੰ 1228 ਰੁਪਏ ਲਈ ਦਿੱਤਾ ਜਾਂਦਾ ਹੈ। ਫਿਰ ਤਕਰੀਬਨ 2 ਹਫ਼ਤਿਆਂ ਬਾਅਦ ਫਿਰ ਇੱਕ ਹੋਰ ਟੈਂਡਰ ਫਲੋਟ ਕੀਤਾ ਜਾਂਦਾ ਹੈ। ਉਸ ਟੈਂਡਰ ਨੂੰ ਸਕ੍ਰੈਪ ਕਰਕੇ ਫਿਰ ਗ੍ਰੈਂਡਵੇ ਇਨਕੋਰਪੋਰੇਸ਼ਨ, ਜਿਹਨੂੰ ਸੈਕੰਡ ਟੈਂਡਰ ਅਲਾਟ ਕੀਤਾ ਸੀਗਾ, ਤੀਜਾ ਟੈਂਡਰ ਵੀ ਉਹਨੂੰ ਦਿੱਤਾ ਜਾਂਦਾ 1338 ਰੁਪਏ 'ਚ ਸੇਮ ਚੀਜ਼ ਲਈ। ਕਾਂਗਰਸ ਸਰਕਾਰ ਦਾ ਇਹ ਕਾਰਨਾਮਾ ਇੱਥੇ ਹੀ ਨਹੀਂ ਮੁੱਕਦਾ। ਇਸ ਪੂਰੇ ਮਾਮਲੇ ਦੇ ਵਿੱਚ ਜੋ ਸਭ ਤੋਂ ਵੱਧ ਹੈਰਾਨ ਕਰ ਦੇਣ ਵਾਲੀ ਗੱਲ ਹੈ, ਉਹ ਇੱਕ ਆਰਟੀਆਈ ਦੇ ਜ਼ਰੀਏ ਸਾਹਮਣੇ ਆਉਂਦੀ ਹੈ। ਆਰਟੀਆਈ ਦੇ ਮੁਤਾਬਕ ਜਿਸ ਕੰਪਨੀ ਗ੍ਰੈਂਡਵੇ ਇਨਕੋਰਪੋਰੇਸ਼ਨ ਨੂੰ ਪੰਜਾਬ ਸਰਕਾਰ 2 ਵਾਰ ਟੈਂਡਰ ਦਿੰਦੀ ਹੈ, ਉਸ ਕੰਪਨੀ ਕੋਲ ਤਾਂ ਇਸ ਦਾ ਲਾਇਸੈਂਸ ਹੀ ਨਹੀਂ ਸੀ।
ਟੈਂਡਰ ਦੀ ਇਹ ਪਹਿਲੀ ਕੰਡੀਸ਼ਨ ਸੀਗੀ ਕਿ ਡਰੱਗ ਲਾਇਸੈਂਸ ਦੇਣਾ ਪਏਗਾ ਤੇ ਉਹਦੇ ਬਾਅਦ ਜਿਹੜਾ ਪਰਚੇਸ ਆਰਡਰ ਉਹ 'ਚ ਬੜਾ ਕਲੀਅਰਲੀ ਲਿਖਿਆ ਹੈ ਕਿ ਡਰੱਗ ਲਾਇਸੈਂਸ ਦੇਣਾ ਪਏਗਾ ਤੇ ਇਸ ਤੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਜਿਹੜਾ ਡਰੱਗਸ ਐਂਡ ਕਾਸਮੈਟਿਕਸ ਐਕਟ 1940 ਹੈ ਉਹਦੇ ਵਿੱਚ ਬੜਾ ਕਲੀਅਰਲੀ ਲਿਖਿਆ ਹੈ ਕਿ ਜੇ ਤੁਸੀਂ ਕੋਈ ਵੀ ਇਹੋ ਜਿਹਾ ਮਟੀਰੀਅਲ ਦਵਾਈਆਂ ਕੁਝ ਵੀ ਸਪਲਾਈ ਕਰਨੀ ਹੈ ਯੂ ਕੈਨ ਨਾਟ ਈਵਨ ਆਫਰ ਟੂ ਸੈਲ ਤੁਸੀਂ ਆਫਰ ਵੀ ਨਹੀਂ ਦੇ ਸਕਦੇ ਵੇਚਣ ਦਾ ਜੇ ਤੁਹਾਡੇ ਕੋਲ ਡਰੱਗ ਲਾਇਸੈਂਸ ਨਹੀਂ ਹੈ ਨਾ ਹੀ ਗ੍ਰੈਂਡ ਵੇਨ ਕਾਰਪੋਰੇਸ਼ਨ ਨੇ ਆਫਰ ਦਿੱਤੀ ਬਟ ਉਹ ਆਫਰ ਪੰਜਾਬ ਸਰਕਾਰ ਨੇ ਅਸੈਪਟ ਕੀਤੀ ਔਰ ਬਹੁਤ ਮਹਿੰਗੇ ਦਾਮਾਂ ਤੇ ਉਹਨੂੰ ਪਰਚੇਸ ਆਰਡਰ ਦਿੱਤਾ ਗਿਆ ਤੇ ਇੰਨੀ ਵੱਡੀ ਇਲੀਗੈਲਿਟੀ ਜਿਹਦੇ 'ਚ ਪਰਚਾ ਹੋਣਾ ਚਾਹੀਦਾ ਹੈ ਐਫ ਆਈ ਆਰ ਹੋਣੀ ਚਾਹੀਦੀ ਹੈ ਗ੍ਰੈਂਡ ਵੇ ਦੇ ਖਿਲਾਫ ਵੀ ਤੇ ਉਸ ਅਫਸਰਾਂ ਖਿਲਾਫ ਵੀ ਜਿਨ੍ਹਾਂ ਨੇ ਆਰਡਰ ਅਸੈਪਟ ਕੀਤਾ ਬਿਨਾਂ ਕੀ ਕਹਿੰਦੇ ਆ ਆਪਣਾ ਡਰੱਗ ਲਾਇਸੈਂਸ ਦਿੱਤੇ। ਹੁਣ ਇਹ ਪੂਰਾ ਮਾਮਲਾ ਹਾਈ ਕੋਰਟ ਪਹੁੰਚ ਗਿਆ ਅਤੇ ਸਰਕਾਰ ਵੱਲੋਂ ਇਸ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਕੀਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ ਪਰ ਸਵਾਲ ਤਾਂ ਇਹ ਉੱਠ ਰਿਹਾ ਨਾ ਕਿ ਇੱਕ ਪਾਸੇ ਤਾਂ ਸਰਕਾਰ ਪ੍ਰਾਈਵੇਟ ਹਸਪਤਾਲਾਂ ਨੂੰ ਵੈਕਸੀਨ ਵੇਚ ਰਹੀ ਹੈ ਤਰਕ ਦੇ ਰਹੀ ਹੈ ਕਿ ਇਸ ਪੈਸੇ ਨਾਲ ਹੋਰ ਵੈਕਸੀਨ ਖਰੀਦੀਆਂ ਜਾਣਗੀਆਂ ਤੇ ਦੂਜੇ ਪਾਸੇ ਸਰਕਾਰ ਤੇ ਸਰਕਾਰ ਦੇ ਅਫਸਰ ਸਰਕਾਰੀ ਖਜ਼ਾਨਾ ਖਾਲੀ ਕਰਨ ਦੇ ਵਿੱਚ ਲੱਗੇ ਹੋਏ ਨੇ ਸਰਕਾਰ ਦੀ ਇਹ ਦੋਹਰੀ ਨੀਤੀ ਸਮਝ ਤੋਂ ਪਰਾਂ ਆਪਾਂ ਦੇਖਿਆ ਹੈਗਾ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਉਹ ਮਰੇ ਹੈਗੇ ਨੇ ਲੋਕਾਂ ਨੂੰ ਆਕਸੀਜਨ ਨਹੀਂ ਮਿਲੀ ਆਈਸੀਯੂ ਬੈੱਡਸ ਨਹੀਂ ਮਿਲੇ ਵੈਂਟੀਲੇਟਰਸ ਨਹੀਂ ਮਿਲੇ ਔਰ ਇੱਕ ਮਾਨਵਤਾ ਪੂਰੀ ਤਰਾਸਦੀ ਤੋਂ ਗੁਜ਼ਰੀ ਹੈ ਲੇਕਿਨ ਮਹਿਜ਼ ਕੁਝ ਚੰਦ ਲੋਕਾਂ ਨੂੰ ਜਿਹੜਾ ਹੈਗਾ ਫਾਇਦਾ ਪਹੁੰਚਾਉਣ ਦੇ ਲਈ ਅਜਿਹੇ ਸਕੈਮ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਔਰ ਹੁਣ ਇਹੀ ਦੇਖਣਾ ਰਹੇਗਾ ਕਿ ਪੰਜਾਬ ਸਰਕਾਰ ਜੋ ਹਾਈ ਕੋਰਟ ਦੇ ਵਿੱਚ ਕਹਿ ਚੁੱਕੀ ਹੈ ਆਪਾਂ ਇਸ ਦੀ ਜਾਂਚ ਕਰਾਂਗੇ ਉਹ ਜਾਂਚ ਕਦੋਂ ਤੱਕ ਪੂਰੀ ਹੋਵੇਗੀ ਔਰ ਇਸ ਦਾ ਇੰਤਜ਼ਾਰ ਸਾਨੂੰ ਵੀ ਰਹੇਗਾ ਔਰ ਕੈਮਰਾ ਪਰਸਨ ਸੁਮਿਤ ਕਲੇਰ ਨਾਲ ਨਿਹਾ ਸ਼ਰਮਾ ਪੀਟੀਸੀ ਨਿਊਜ਼